ਟੋਰਾਂਟੋ ਦੇ ਬਰੈਂਪਟਨ ਇਲਾਕੇ ਦੇ ਵਿੱਚ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਕਿ ਇੰਟਰਨੈਸ਼ਨਲ ਗਰਲ ਸਟੂਡੈਂਟਸ ਜਿਹੜੀਆਂ ਪੜ੍ਹਨ ਆਈਆਂ ਹੋਈਆਂ ਨੇ, ਖਾਸ ਤੌਰ 'ਤੇ ਭਾਰਤੀ ਕੁੜੀਆਂ ਦੀ ਰਿਪੋਰਟ ਹੈ ਇਹ ਕਿ ਉਹਨਾਂ 'ਚੋਂ ਬਹੁਤ ਸਾਰੀਆਂ ਵੱਡੀ ਗਿਣਤੀ ਦੇ ਵਿੱਚ ਸੈਕਸ ਟਰੈਫਿਕਿੰਗ ਦਾ ਸ਼ਿਕਾਰ ਹੋ ਰਹੀਆਂ ਹਨ। ਔਰ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਰਿਪੋਰਟ ਆਈ ਹੈ ਮਿਸ ਸੁੰਦਰ ਸਿੰਘ ਦੀ, ਉਹਦੇ ਵਿੱਚ ਕਿ ਵਿਲਿੰਗਲੀ ਵੀ ਬਹੁਤ ਕੁੜੀਆਂ ਜਿਹੜੀਆਂ ਭਾਰਤੀ ਮੂਲ ਦੀਆਂ ਇੰਟਰਨੈਸ਼ਨਲ ਸਟੂਡੈਂਟਸ ਨੇ ਆਪਣੀ ਮਰਜ਼ੀ ਨਾਲ ਪੇਸ਼ਾਵਰ ਔਰਤਾਂ ਬਣ ਰਹੀਆਂ ਹਨ, ਆਪਣੀ ਮਰਜ਼ੀ ਨਾਲ ਪ੍ਰੋਸਟੀਟਿਊਸ਼ਨ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ। ਬਲਦੇਵ ਮੁੱਤਾ ਜੀ ਮੇਰੇ ਨਾਲ ਨੇ, ਜਿਹੜੇ ਕਿ ਚੀਫ ਐਗਜ਼ੈਕਟਿਵ ਆਫਿਸਰ ਨੇ ਪੰਜਾਬੀ ਕਮਿਊਨਿਟੀ ਦੀ ਹੈਲਥ ਸਰਵਿਸਿਜ਼ ਦੇ। ਬਲਦੇਵ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਜੀ। ਸਾਰੇ ਵੈਨਕੂਵਰ ਦੇ ਨਿਵਾਸੀਆਂ ਨੂੰ ਮੇਰੀ ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਦੇਵ ਜੀ। ਆਹ ਤਾਂ ਬਹੁਤ ਗੰਭੀਰ ਮਸਲਾ ਇੱਕ, ਜਿਹੜੀਆਂ ਗਰਲ ਸਟੂਡੈਂਟਸ ਨੇ, ਇੰਟਰਨੈਸ਼ਨਲ ਗਰਲ ਸਟੂਡੈਂਟਸ, ਉਹਨਾਂ ਤੋਂ ਪੇਸ਼ਾ ਕਰਵਾਉਣ ਵਾਲੇ ਇਹ ਜਿਹੜੇ ਪਿੰਪਸ ਨੇ, ਕਿਸ ਤਰੀਕੇ ਨਾਲ ਐਕਸਪਲੋਇਟ ਕਰ ਰਹੇ ਨੇ। ਮਿਸ ਜਿਹੜੀ ਸੁੰਦਰ ਸਿੰਘ, ਉਹਨਾਂ ਨੇ ਵੀ ਇਹ ਇੱਕ ਰਿਪੋਰਟ ਲਿਖੀ ਆ, ਇਹਦੇ ਬਾਰੇ ਸਾਨੂੰ ਹੋਰ ਡੀਟੇਲ ਦੱਸੋ ਜੀ। ਸਾਡੇ ਇੱਥੇ ਓਨਟੇਰੀਓ ਦੇ ਵਿੱਚ ਤਕਰੀਬਨ ਅਸੀਂ ਪਿਛਲੇ 5 ਸਾਲਾਂ ਤੋਂ ਪੀਲ ਰੀਜਨਲ ਪੁਲਿਸ, ਟੋਰਾਂਟੋ ਦੀ ਪੁਲਿਸ, ਇਹਨਾਂ ਨਾਲ ਸਾਰਿਆਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਕੰਮ ਕਰ ਰਹੇ ਹਾਂ ਕਿ ਇਹ ਇੱਕ ਇਸ਼ੂ ਆ। ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਵਿਰਲੀ ਸਾਨੂੰ ਖਬਰ ਮਿਲ ਰਹੀ ਸੀ ਕਿ ਇਹ ਇਸ਼ੂ ਉੱਭਰ ਕੇ ਸਾਹਮਣੇ ਆ ਰਿਹਾ, ਪਰ ਉਹਦੇ ਤੇ ਪੁਲਿਸ ਵਾਲਿਆਂ ਨੇ ਵੀ ਕੋਈ ਖਾਸ ਐਕਸ਼ਨ ਨਹੀਂ ਲਿੱਤਾ ਸੀ ਉਸ ਟਾਈਮ ਤੇ 5 ਸਾਲ ਪਹਿਲਾਂ। ਲੇਕਿਨ ਰੀਸੈਂਟਲੀ ਪਿਛਲੇ 2 ਸਾਲਾਂ 'ਚ ਸਪੈਸ਼ਲੀ ਕੋਵਿਡ ਦੇ ਦੌਰਾਨ ਇਹ ਪ੍ਰੋਬਲਮ ਇੱਕਦਮ ਸਾਡੇ ਸਾਹਮਣੇ ਉੱਭਰ ਕੇ ਆਈ ਆ ਕਿ ਇਹ ਇਸ਼ੂਜ਼ ਜਾਣੀ ਹੋ ਰਹੇ ਆ। ਤੇ ਇਹ ਪਤਾ ਕਿਵੇਂ ਲੱਗਿਆ? ਇਹ ਪਤਾ ਸਾਡੀ ਆਪ ਦੀ ਵੀ ਇੱਕ ਰਿਸਰਚ ਰਿਪੋਰਟ ਆ, ਮੈਂ ਤੁਹਾਨੂੰ ਉਹ ਵੀ ਭੇਜ ਦੂੰਗਾ। ਜਿਹੜੀ ਸਾਡੀ ਰਿਪੋਰਟ ਆ, ਇਹ ਜਿਹੜੀ ਇੰਟਰਵਿਊ ਆਇਆ ਜਿਹੜਾ ਸੁੰਦਰ ਸਿੰਘ ਹੋਣਾ ਦਾ ਐਲਸਪੈਥ ਵੂਮਨਸ ਆਰਗੇਨਾਈਜੇਸ਼ਨ ਆ, ਉਹਨਾਂ ਨੇ ਵੀ ਜਿਹੜਾ ਇਹ ਕੀਤਾ, ਇਹ ਤਕਰੀਬਨ ਬਿਲਕੁਲ ਸਹੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਆ। ਸਾਡੀ ਵੀ ਇਹ ਇਨਫੋਰਮੇਸ਼ਨ ਆ ਆਪਣੇ ਓਨਟੇਰੀਓ ਦੇ ਵਿੱਚ ਡਿਫਰੈਂਟ ਸੰਸਥਾਵਾਂ ਤੇ ਸਾਰੇ ਨਾਲੋਂ ਜ਼ਿਆਦਾ ਇਹ ਇਸ਼ੂ ਉੱਭਰ ਕੇ ਆਇਆ ਬਰੈਂਪਟਨ ਤੇ ਮਿਸੀਸਾਗਾ ਦੇ ਵਿੱਚ। ਹੁਣ ਇਹ ਮਤਲਬ ਕਿ ਟੋਰਾਂਟੋ ਦੇ ਵਿੱਚ ਵੀ ਚਲੇ ਗਿਆ ਤੇ ਹੋਰ ਜਿਹੜੇ ਇਲਾਕੇ ਹੈਗੇ ਆ, ਜਿਵੇਂ ਕਿੰਗਸਟਨ ਆ, ਲੰਡਨ ਓਨਟੇਰੀਓ ਆ, ਹੈਮਿਲਟਨ ਆ, ਜਿੱਥੇ ਵੀ ਆਪਣੇ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਆਪਣੇ ਪੰਜਾਬ ਦੇ ਹੈਗੇ, ਉੱਥੇ ਜਿੰਨੇ ਵੀ ਇਹ ਗਲਤ ਆਨਸਰ ਆਪਣੀ ਸੁਸਾਇਟੀ ਦੇ ਆ, ਉਹ ਜਾ ਕੇ ਇਹਨਾਂ ਕੁੜੀਆਂ ਨੂੰ ਰਿਕਰੂਟ ਕਰਦੇ ਆ। ਔਰ ਅੱਛਾ, ਜਿਹੜੇ ਪਿੰਪਸ ਨੇ ਉਹ ਵੀ ਭਾਰਤੀ ਨੇ? ਹਾਂਜੀ, ਜਿਹੜੇ ਪਿੰਪਸ ਆ ਉਹ ਵੀ ਭਾਰਤੀ ਨੇ। ਔਰ ਇਹਦੇ 'ਚ ਇੱਕ ਹੋਰ ਸਾਹਮਣੇ ਚੀਜ਼ ਨਜ਼ਰ ਆਈ ਆ ਕਿ ਜਿਹੜੇ ਇਹੋ ਜਿਹੇ ਬੰਦੇ ਆ ਜਿਹੜੇ ਉਹਨਾਂ ਨੇ 2 ਹੋਰ ਤਰੀਕੇ ਨਾਲ ਇਹਨਾਂ ਨੂੰ ਮਿਸਯੂਜ਼ ਕੀਤਾ, ਇਹਨਾਂ ਕੁੜੀਆਂ ਨੂੰ। ਇੱਕ ਹੈਗਾ ਕਿ ਜਿਹੜੇ ਅਮੀਰ ਬੰਦੇ ਸੀ, ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਂਦੇ ਵੈਲ ਐਸਟੈਬਲਿਸ਼ਡ ਬਿਜ਼ਨਸ ਪਰਸਨਸ ਆ, ਉਹਨਾਂ ਨੇ ਇਹਨਾਂ ਕੁੜੀਆਂ ਨੂੰ ਪ੍ਰੋਮਿਸ ਕੀਤਾ ਵੀ ਅਸੀਂ ਤੁਹਾਡੇ ਨਾਲ ਵਿਆਹ ਕਰਾਵਾਂਗੇ। ਉਹਨਾਂ ਨੂੰ ਬੇਸਮੈਂਟ ਅਪਾਰਟਮੈਂਟਸ ਲੈ ਕੇ ਦਿੱਤੇ ਤੇ ਉਹਨਾਂ ਨੂੰ ਆਪਣੇ ਲਾਲਚ ਦੇ ਵਿੱਚ ਫਸਾ ਕੇ ਇਹਨਾਂ ਨੇ ਕਰਕੇ ਤੇ ਫਿਰ ਆਪਣੇ ਹਿਸਾਬ ਨਾਲ ਉਹਨਾਂ ਨੂੰ, ਜਿਹੜੇ ਪਿੰਪਸ ਸੀ, ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ, ਆਹ ਕੁੜੀ ਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਇਹ ਇੱਕ ਕਿਸਮ ਦੀ ਐਕਚੁਅਲ ਬਾਰਟਰਿੰਗ ਹੋਈ ਆਪਣੇ ਪੀਲ ਦੇ ਇਲਾਕਿਆਂ 'ਚ, ਕਿ ਜਿਹੜੇ ਮਤਲਬ ਕਿ ਗਲਤ ਕਿਸਮ ਦੇ ਆਨਸਰ ਆ, ਉਹਨਾਂ ਨੇ ਪਹਿਲਾਂ ਇਹਨਾਂ ਨੂੰ ਆਪਣੇ ਜਾਲ 'ਚ ਫਸਾਇਆ ਵੀ ਅਸੀਂ ਤੁਹਾਨੂੰ PR ਲੈ ਕੇ ਦੇਵਾਂਗੇ, ਦੇਖੋ ਅਸੀਂ ਕੈਨੇਡੀਅਨ ਸਿਟੀਜ਼ਨ ਆ, ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਕੀਤਾ, ਫਿਰ ਉਹਨਾਂ ਦੀ ਉਹ ਰਿਲੇਸ਼ਨਸ਼ਿਪ ਨੂੰ ਮਿਸਯੂਜ਼ ਕਰਕੇ ਇਹਨਾਂ ਨੇ ਚੱਕ ਕੇ ਉਹਨਾਂ ਕੁੜੀਆਂ ਨੂੰ ਉਹਨਾਂ ਨੂੰ ਦਿੱਤਾ। ਇਹ ਬਲਦੇਵ ਮੁੱਤਾ ਜੀ, 1-2 ਕੇਸਿਸ ਨੇ ਇਹੋ ਜਿਹੇ ਜਾਂ ਕਿ ਦਰਜਨਾਂ ਹੀ ਕੇਸਿਸ ਨੇ? ਇਹ ਦਰਜਨਾਂ ਹੀ ਕੇਸਿਸ ਆ ਜੀ। 3 ਬੰਦੇ ਤਾਂ ਹੁਣ ਆਲਰੇਡੀ ਫੜੇ ਗਏ ਆ, ਆਪਣੇ ਹੀ ਉਹ ਪੰਜਾਬੀ ਹੈਗੇ ਆ, ਉਹਨਾਂ ਦੇ ਉੱਤੇ ਚਾਰਜਿਸ ਵੀ ਲੱਗੇ ਆ, ਉਹ ਫੜੇ ਗਏ ਆ। ਲੇਕਿਨ ਹਜੇ ਇਨਵੈਸਟੀਗੇਸ਼ਨਸ, ਹੁਣ ਪੁਲਿਸ ਨੇ ਇਸ ਚੀਜ਼ ਨੂੰ ਸੀਰੀਅਸਲੀ ਲਿੱਤਾ। 10 ਪੰਜਾਬੀ ਕੁੜੀਆਂ ਜਿਹੜੀਆਂ ਅਸੀਂ ਹੈਂਡਲ ਕਰ ਰਹੇ ਹਾਂ, ਜਿਹੜੀਆਂ ਪ੍ਰੈਗਨੈਂਟ ਆ, ਉਹਨਾਂ ਨੂੰ ਅਸੀਂ
ਉਹਨਾਂ ਦੇ ਬॉयਫ੍ਰੈਂਡਸ ਵੀ ਹੈਗੇ ਆ, ਉਹਨਾਂ ਨੂੰ ਵੀ ਅਸੀਂ ਸਪੋਰਟ ਕਰ ਰਹੇ ਹਾਂ। ਉਹ ਨਾ ਤਾਂ ਮੁੰਡਿਆਂ ਕੋਲੇ ਵਿਚਾਰਿਆਂ ਕੋਲੇ ਕੋਈ ਸਟੇਟਸ ਆ, ਨਾ ਕੁੜੀਆਂ ਕੋਲੇ ਕੋਈ ਸਟੇਟਸ ਆ। ਔਨ ਟੌਪ ਆਫ ਇਟ ਉਹ ਇੰਨੀਆਂ ਯੰਗ ਆ, ਔਨ ਟੌਪ ਆਫ ਇਟ ਉਹ ਪ੍ਰੈਗਨੈਂਟ ਹੋ ਗਈਆਂ। ਜਾਣੀ ਇਹ ਜਿਹੜਾ ਸਾਰਾ ਸਿਸਟਮ ਆ ਅਰਾਊਂਡ ਮਿਸਯੂਜ਼, ਐਕਸਪਲੋਇਟੇਸ਼ਨ, ਸੈਕਸ਼ੂਅਲ ਐਕਸਪਲੋਇਟੇਸ਼ਨ, ਇਹ ਬਹੁਤ ਗੰਭੀਰ ਹੁੰਦਾ ਜਾ ਰਿਹਾ। ਬਲਦੇਵ ਜੀ, ਜਿਹੜੀ ਇਹ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਕਿ ਉਹ ਆਪਣੀ ਮਰਜ਼ੀ ਦੇ ਨਾਲ ਪ੍ਰੋਸਟੀਟਿਊਸ਼ਨ ਦੇ ਵਿੱਚ ਪੈ ਰਹੀਆਂ ਨੇ, ਇਸ ਬਾਰੇ ਤੁਹਾਡਾ ਕੀ ਕਹਿਣਾ? ਜਿਹੜੀਆਂ ਲੜਕੀਆਂ ਨਾਲ ਤੁਹਾਡੇ ਹੋਏ ਨੇ, ਕੰਟੈਕਟ ਹੋਏ ਨੇ, ਉਹ ਕੀ ਦੱਸਦੀਆਂ ਨੇ? ਉਹ ਤਕਰੀਬਨ ਬੇਸਿਕਲੀ ਫਾਈਨੈਂਸ਼ੀਅਲ ਹਾਰਡਸ਼ਿਪਸ ਦੀ ਗੱਲ ਹੋ ਰਹੀ ਆ, ਖਾਸ ਕਰਕੇ ਜਿਹੜੇ ਕੋਵਿਡ ਦੇ ਦੌਰਾਨ ਬਈ ਉਹਨਾਂ ਤੋਂ ਰੈਂਟ ਨਹੀਂ ਪੇ ਹੋ ਰਿਹਾ, ਉਹਨਾਂ ਤੋਂ ਆਪਣੀ ਲਿਵਿੰਗ ਅਰੇਂਜਮੈਂਟਸ ਨਹੀਂ ਹੋ ਰਹੀ, ਐਕੈਡੈਮਿਕ ਜਿਹੜੀ ਉਹਨਾਂ ਦੀ ਟਿਊਸ਼ਨ ਆ ਉਹ ਨਹੀਂ ਇਕੱਠੀ ਹੋ ਰਹੀ, ਉਹਨਾਂ ਦਾ ਫਿਰ ਜਿਹੜਾ ਸਟੂਡੈਂਟ ਪਰਮਿਟ ਆ ਉਹ ਜੈਪਰਡੀ 'ਚ ਆ ਜਾਂਦਾ, ਅਤੇ ਫਿਰ ਪਲੱਸ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹ ਉਹਨਾਂ ਤੋਂ ਪੈਸੇ ਮੰਗਦੇ ਆ ਵੀ ਅਸੀਂ ਲੋਨ 'ਤੇ ਲਿੱਤੇ ਹੋਏ ਆ, ਪਲੀਜ਼ ਤੁਸੀਂ ਥੋੜ੍ਹੀ ਬਹੁਤੀ ਸਾਡੀ ਮਦਦ ਕਰੋ। ਸੋ ਇਹ ਜਿਹੜਾ ਪ੍ਰੈਸ਼ਰ ਆ ਇਹ ਅਨਬਿਲੀਵੇਬਲੀ ਹਾਰਡ ਆ ਆਪਣੀਆਂ ਬੱਚੀਆਂ ਦੇ ਉੱਤੇ, ਕਿਉਂਕਿ ਇਹ ਬੱਚੀਆਂ, ਮੈਨੂੰ ਨਹੀਂ ਲੱਗਦਾ ਕਿ ਇਹ ਬੱਚੀਆਂ ਨੂੰ ਸ਼ਹਿਰ 'ਚੋਂ ਜਾਂ ਪਿੰਡ 'ਚੋਂ ਵੀ ਬਾਹਰ ਕਿਤੇ ਇਕੱਲਿਆਂ ਜਾਣ ਦਿੱਤਾ ਸੀ ਉਹਨਾਂ ਦੇ ਮਾਪਿਆਂ ਨੇ। ਆਲ ਆਫ ਏ ਸਡਨ ਉਹਨਾਂ ਨੂੰ ਵੀਜ਼ਾ ਮਿਲ ਗਿਆ ਅਤੇ ਉਹਨਾਂ ਨੇ ਚੱਕ ਕੇ ਪਲੇਨ 'ਚ ਬਿਠਾ ਕੇ ਅਤੇ ਇੱਥੇ ਆਪਣੇ ਕੈਨੇਡਾ ਵਰਗੇ ਮੁਲਕਾਂ 'ਚ ਭੇਜ ਦਿੱਤਾ। ਅਤੇ ਉਹਨਾਂ ਨੂੰ ਜਿਹੜੀਆਂ ਸੈਟਲਮੈਂਟ ਦੇ ਰਿਲੇਟਡ ਮੁਸ਼ਕਲਾਂ ਆਉਂਦੀਆਂ, ਮੇਰਾ ਖਿਆਲ 'ਚ ਉਹਦੀ ਇੱਕ ਸਮਝ ਨਹੀਂ। ਦੂਸਰਾ, ਉਹਨਾਂ ਵਿਚਾਰੀਆਂ ਕੋਲੇ ਇੰਨੀ ਕੇਪੇਬਿਲਿਟੀ ਨਹੀਂ ਐਨਾਲਾਈਜ਼ ਕਰਨ ਦੀ ਕਿ ਅਸੀਂ ਜੇ ਡਿਫੀਕਲਟ 'ਚ ਹਾਂ ਤਾਂ ਕਿਹੜੀਆਂ ਏਜੰਸੀਜ਼ ਨੂੰ ਕਿਸ ਤਰੀਕੇ ਨਾਲ ਅਸੀਂ ਉਹਨਾਂ ਦੇ ਕੋਲੇ ਸੰਪਰਕ ਕਰੀਏ, ਕਿਵੇਂ ਅਸੀਂ ਜੱਜ ਕਰੀਏ ਵੀ ਆਹ ਜਿਹੜਾ ਰਾਸਤਾ ਇਹ ਸਾਡੇ ਵਾਸਤੇ ਲੌਂਗ ਟਰਮ ਲਈ ਖਰਾਬ ਹੋਊਗਾ। ਸੋ ਇੱਕ ਤਾਂ ਇਹ ਪ੍ਰੋਬਲਮ ਆ ਰਹੀ ਆ। ਸੈਕੰਡ ਪ੍ਰੋਬਲਮ ਜਿਹੜੀ ਆਪਣੇ ਕਮਿਊਨਿਟੀ ਦੇ ਵਿੱਚ ਡਿਸਕਸ਼ਨ ਨਹੀਂ ਹੋ ਰਹੀ ਵੀਰ ਜੀ, ਉਹ ਇਹ ਆ ਕਿ ਆਪਣੀ ਕਮਿਊਨਿਟੀ ਦੋ ਹਿੱਸਿਆਂ ਦੇ ਵਿੱਚ, ਐਟਲੀਸਟ ਸਾਡੇ ਓਨਟੇਰੀਓ ਦੇ ਵਿੱਚ ਦੋ ਹਿੱਸਿਆਂ 'ਚ ਵੰਡੀ ਗਈ ਆਪਣੀ ਕਮਿਊਨਿਟੀ। ਇੱਕ ਕਮਿਊਨਿਟੀ ਦਾ ਹਿੱਸਾ ਇਹ ਕਹਿੰਦਾ ਵੀ ਇਹਨਾਂ ਨੂੰ ਵਾਪਸ ਭੇਜੋ, ਇਹਨਾਂ ਨੇ ਇੱਥੇ ਗੰਦ ਪਾਇਆ, ਇਹ ਗਲਤ ਚੀਜ਼ ਆ, ਇਹਨਾਂ ਨੂੰ ਬਿਲਕੁਲ ਨਹੀਂ ਆਉਣ ਦੇਣਾ ਚਾਹੀਦਾ, ਸਾਡੀ ਕਮਿਊਨਿਟੀ ਦਾ ਅਕਸ ਵਿਗਾੜਦੇ ਆ ਇੰਟਰਨੈਸ਼ਨਲ ਸਟੂਡੈਂਟਸ। ਦੂਜੇ ਪਾਸੇ ਆਪਣੀ ਕਮਿਊਨਿਟੀ ਆ ਵੀ ਇਹ ਆਪਣੇ ਬੱਚੇ ਆ, ਇਹਨਾਂ ਨੂੰ ਆਪਾਂ ਨੂੰ ਸਪੋਰਟ ਕਰਨਾ ਚਾਹੀਦਾ, ਇਹ ਇੱਕ ਦਿਨ ਨੂੰ ਇੱਥੇ ਰਹਿ ਕੇ ਕੈਨੇਡੀਅਨ ਸਿਟੀਜ਼ਨ ਬਣ ਕੇ ਫਿਰ ਇਹ ਕੈਨੇਡਾ ਦੀ ਭਵਿੱਖ ਦੇ ਵਿੱਚ ਯੋਗਦਾਨ ਪਾਉਣਗੇ। ਆਪਾਂ ਨੂੰ ਵੀ ਮੁਸ਼ਕਲਾਂ ਆਈਆਂ ਸੀ ਜਦੋਂ ਆਪਾਂ ਬਹੁਤ ਸਾਲ ਪਹਿਲਾਂ ਕੈਨੇਡਾ 'ਚ ਆਏ ਸੀ, ਆਪਾਂ ਨੂੰ ਹੈਲਪ ਕਰਨੀ ਚਾਹੀਦੀ ਆ। ਉਹਦੇ ਨਾਲ ਹੋਇਆ ਕਿ ਜਦੋਂ ਬਹੁਤ ਸਾਰੇ ਲੋਕਾਂ ਨੇ ਇਹਨਾਂ ਦੀ ਆਪੋਜੀਸ਼ਨ ਕੀਤੀ ਤਾਂ ਜਿਹੜੇ ਸਟੂਡੈਂਟ ਸੀ ਉਹ ਵਿਚਾਰੇ ਡਰਦੇ ਮਾਰੇ ਨਾ ਅੰਡਰਗਰਾਊਂਡ ਹੋ ਗਏ। ਅਗਰ ਜਦੋਂ ਉਹ ਅੰਡਰਗਰਾਊਂਡ ਹੋ ਗਏ ਤਾਂ ਜਿਹੜੇ ਗਲਤ ਆਨਸਰ ਸੀ ਆਪਣੇ ਸੁਸਾਇਟੀ ਦੇ, ਉਹਨਾਂ ਨੇ ਇਹਨਾਂ ਨੂੰ ਅਪਰੋਚ ਕਰਕੇ ਕਿਹਾ ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਖੜੇ ਹਾਂ, ਸਾਨੂੰ ਦੱਸੋ ਤੁਹਾਨੂੰ ਕੀ ਪ੍ਰੋਬਲਮ ਆ, ਤੁਹਾਨੂੰ ਪ੍ਰੋਬਲਮ ਹੈਗੀ ਆ ਰੈਂਟ ਦੀ, ਆ ਜਾਓ ਸਾਡੇ ਨਾਲ, ਆ ਲਓ ਰੈਂਟ, ਅਸੀਂ ਤੁਹਾਨੂੰ ਰੈਂਟ ਦਿੰਦੇ ਹਾਂ। ਅਤੇ ਉਹ ਬਹੁਤ ਸਾਰੇ ਜਿਹੜੇ ਬੱਚੇ ਸੀ ਉਸ ਟਾਈਮ ਦੇ ਵਿੱਚ ਇਹਨਾਂ ਨੇ ਗੁੰਮਰਾਹ ਕੀਤੇ ਆ। ਸੋ ਇਹਨੂੰ ਵੀ ਆਪਾਂ ਨੂੰ, ਇਸ ਚੀਜ਼ ਨੂੰ ਵੀ ਆਪਾਂ ਨੂੰ ਕੰਸੀਡਰ ਕਰਨਾ ਚਾਹੀਦਾ ਵੀ ਠੀਕ ਆ, ਮੰਨਿਆ ਕੁਛ ਆਨਸਰ ਹੋਣਗੇ ਜਿਹੜੇ ਬੱਚੇ ਖਰਾਬ ਕਰਦੇ ਹੋਣਗੇ, ਲੇਕਿਨ ਓਵਰਵੈਲਮਿੰਗਲੀ ਮੇਰਾ ਇਹ ਪ੍ਰੈਕਟੀਕਲ ਐਕਸਪੀਰੀਅੰਸ ਆ, ਕਿਉਂਕਿ ਅਸੀਂ ਇਹਨਾਂ ਨਾਲ ਹਰ ਰੋਜ਼ ਡੀਲ ਕਰਦੇ ਹਾਂ ਆਪਣੀ ਆਰਗੇਨਾਈਜੇਸ਼ਨ 'ਚ। ਬਹੁਤ ਜ਼ਿਆਦਾ ਓਵਰਵੈਲਮਿੰਗ ਬੱਚੇ ਜਿਹੜੇ ਆ ਉਹ ਬੜੇ ਸਿੰਸੀਅਰ ਆ, ਉਹ ਪੜ੍ਹਨਾ ਚਾਹੁੰਦੇ ਆ, ਉਹ ਆਪਣੇ ਮਾਂ ਪਿਓ ਦੀ ਜਿਹੜੇ ਪੈਸੇ ਲਗਾਏ ਆ ਉਹਨਾਂ ਦੀ ਉਹ ਜਾਣੀ ਕੋਈ ਦੁਰਵਰਤੋਂ ਨਹੀਂ ਕਰ ਰਹੇ, ਉਹ ਵਿਚਾਰੇ ਮਿਹਨਤ ਕਰਦੇ ਆ। ਔਰ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਤੁਸੀਂ ਦੇਖੋ ਕਿੰਨੀ ਠੰਡ ਪੈ ਰਹੀ ਹੈ, ਔਰ ਸਾਡੇ ਇੱਥੇ ਡੈਮੋਨਸਟ੍ਰੇਸ਼ਨਾਂ ਹੋ ਰਹੀਆਂ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਈ ਜਿਹੜੇ ਬਿਜ਼ਨਸਿਸ ਆ ਆਪਣੇ ਹੀ ਲੋਕਾਂ ਦੇ ਬਿਜ਼ਨਸਿਸ ਆ, ਉਹਨਾਂ ਨੂੰ ਕੰਮ ਕਰਾ ਕੇ ਪੈਸੇ ਨਹੀਂ ਦਿੱਤੇ। ਉਹ ਤਾਂ ਮੈਨੂੰ ਪਤਾ ਜੀ, ਪਰ ਜਿਹੜੀ ਸੈਕਸ ਟ੍ਰੇਡ ਦੇ ਵਿੱਚ ਇੰਟਰਨੈਸ਼ਨਲ ਭਾਰਤੀ ਸਟੂਡੈਂਟ, ਗਰਲ ਸਟੂਡੈਂਟਸ ਨੂੰ ਲੈ ਕੇ ਆਉਣ ਵਾਲੇ ਲੋਕ ਨੇ, ਪਿੰਪਸ ਵਗੈਰਾ, ਉਹਨਾਂ ਨੂੰ ਕੋਈ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਔਰ ਖ਼ਾਸ ਤੌਰ ਦੇ ਉੱਤੇ ਇਹ ਜਿਹੜੀਆਂ ਸੈਕਸ ਟ੍ਰੇਡ ਦੇ ਵਿੱਚ ਲੜਕੀਆਂ ਸ਼ਾਮਲ ਹੋਈਆਂ ਨੇ, ਇਹ ਵਿਲਿੰਗਲੀ ਹੋਈਆਂ ਨੇ ਜਾਂ ਕਿ ਕੀ ਸਰਕਮਸਟੈਂਸਿਸ ਕੀ ਨੇ, ਕਿਸ ਸਰਕਮਸਟੈਂਸਿਸ ਅਧੀਨ, ਜਾਂ ਕਿ ਉਹਨਾਂ ਨੇ ਗੁੰਮਰਾਹ ਕਰਕੇ ਇਹ ਇਸ ਪੇਸ਼ੇ 'ਚ ਪਾ ਦਿੱਤੀਆਂ ਨੇ?
ਗੁੰਮਰਾਹ ਕੀਤਾ ਜੀ, ਬਿਲਕੁਲ ਉਹਨਾਂ ਨੇ ਗੁੰਮਰਾਹ ਕੀਤਾ। ਬਹੁਤ ਘੱਟ ਹੋਣਗੀਆਂ ਜਿਹੜੀਆਂ ਵਿਲਿੰਗਲੀ ਮਤਲਬ ਕਿ ਆਪਣੇ ਆਪ ਨੂੰ ਇਸ ਕੰਡੀਸ਼ਨ ਦੇ ਵਿੱਚ ਪਾਉਂਦੀਆਂ ਕਿ ਅਸੀਂ ਮਤਲਬ ਕਿ ਇਸ ਪੇਸ਼ੇ ਦੇ ਥਰੂ ਪੈਸੇ ਲਿਆ ਕੇ ਅਸੀਂ ਪੜ੍ਹ ਵੀ ਲਵਾਂਗੀਆਂ ਤੇ ਅਸੀਂ ਉਸ ਆਪਣੀ ਐਜੂਕੇਸ਼ਨ ਵੀ ਪੂਰੀ ਕਰ ਲਾਂਗੇ, PR ਵੀ ਸਾਨੂੰ ਮਿਲ ਜੂਗਾ, ਫਿਰ ਅਸੀਂ ਵਿਆਹ ਵੀ ਕਰਾ ਲਾਂਗੇ, ਸੈਟਲ ਵੀ ਹੋ ਜਾਾਂਗੇ। ਉਹ ਬਹੁਤ ਘੱਟ ਆ। ਪਰ ਇੱਥੇ ਜਿਹਨੀ ਅਸੀਂ ਵੈਂਕੂਵਰ ਦੀ ਗੱਲ ਮੈਂ ਤੁਹਾਡੇ ਨਾਲ ਬਲਦੇਵ ਜੀ ਕਰਨੀ ਚਾਹੁੰਦਾ ਹਾਂ। ਸਾਡੇ ਇੱਥੇ ਜ਼ਾਹਰਾ ਤੌਰ 'ਤੇ ਇਸ ਤਰ੍ਹਾਂ ਕੋਈ ਗ੍ਰਿਫਤਾਰੀਆਂ ਨਹੀਂ ਹੋਈਆਂ ਕਿਸੇ ਪਿੰਪਸ ਦੀਆਂ, ਜਾਂ ਇਸ ਤਰ੍ਹਾਂ ਜ਼ਾਹਰਾ ਤੌਰ ਦੇ ਉੱਤੇ ਗਰਲ ਸਟੂਡੈਂਟ ਲੜਕੀਆਂ ਪ੍ਰੋਸਟੀਟਿਊਸ਼ਨ ਜਾਂ ਇਸ ਤਰ੍ਹਾਂ ਦੇ ਸੈਕਸ ਟ੍ਰੇਡ ਜਾਂ ਟਰੈਫਿਕਿੰਗ ਦੇ ਵਿੱਚ ਸ਼ਿਕਾਇਤਾਂ ਜ਼ਰੂਰ ਸੁਣੀਆਂ ਪਹਿਲ ਕਈ ਕਿਸਮ ਦੀਆਂ ਐਮਪਲੋਇਰ ਦੇ ਜ਼ਿਆਦਤੀ ਜਾਂ ਐਮਪਲੋਇਰ ਦੀ ਐਕਸਪਲੋਇਟੇਸ਼ਨ ਦੀਆਂ ਖਬਰਾਂ ਆਈਆਂ। ਲੇਕਿਨ ਹੁਣ ਲੇਟਲੀ ਲੀਓ ਲਿਸਟ ਵਗੈਰਾ ਦੇ ਉੱਤੇ ਐਸਕੌਰਟ ਸਰਵਿਸਿਜ਼ ਦੇ ਵਿੱਚ ਕਈ ਪੰਜਾਬੀ ਕੁੜੀਆਂ ਐਡਸ ਪਾਉਂਦੀਆਂ ਨੇ। ਉਹ ਐਡਸ ਬਿਟਕੋਇਨ 'ਚ ਪੇ ਕਰਦੀਆਂ ਨੇ। ਉਹ ਕਹਿੰਦੀਆਂ ਨੇ ਕਿ ਇਲੈਕਟ੍ਰੋਨਿਕਲੀ ਪੈਸੇ ਸਾਡੇ ਅਕਾਊਂਟ 'ਚ ਟਰਾਂਸਫਰ ਕਰੋ, ਨੋ ਪੰਜਾਬੀ ਮੈਨ ਅਲਾਊਡ। ਔਰ ਇਸ ਤਰ੍ਹਾਂ ਦੀਆਂ ਐਡਸ ਜ਼ਰੂਰ ਦੇਖਣ ਨੂੰ ਮਿਲ ਰਹੀਆਂ ਨੇ। ਸ਼ਾਇਦ ਜਿੱਥੇ ਤੁਸੀਂ ਖੜ੍ਹੇ ਹੋ ਉਸ ਰਸਤੇ 'ਤੇ ਵੈਂਕੂਵਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਿਲਸਿਲਾ ਹੋ ਜਾਏ। ਇਸ ਨੂੰ ਪ੍ਰੀਵੈਂਟ ਕਰਨ ਲਈ ਕੀ ਕੀਤਾ ਜਾ ਰਿਹਾ ਹੈ? ਕਿਵੇਂ ਇਹ ਲੜਕੀਆਂ ਨੂੰ ਇਸ ਦਲਦਲ 'ਚੋਂ ਕਿਵੇਂ ਕੱਢਿਆ ਜਾ ਸਕਦਾ? ਦੋ ਤਿੰਨ ਫਰੰਟ ਤੇ ਅਸੀਂ ਕੰਮ ਕਰ ਰਹੇ ਹਾਂ। ਇੱਕ ਤਾਂ ਅਸੀਂ ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ, ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਵੀ ਤੁਸੀਂ ਰੈਕਗਨਾਈਜ਼ ਕਿਵੇਂ ਕਰੋਗੇ ਕਿ ਕੋਈ ਗਰਲ ਸਟੂਡੈਂਟ ਇਜ਼ ਵਲਨਰੇਬਲ, ਕਿਵੇਂ ਰੈਕਗਨਾਈਜ਼ ਕਰੋਗੇ? ਜੇ ਕੋਈ ਕੁੜੀ ਤੁਹਾਡੇ ਕੋਲੇ ਆਉਂਦੀ ਆ ਔਰ ਉਹ ਕਹਿੰਦੀ ਆ ਮੇਰੇ ਕੋਲੇ ਰੈਂਟ ਨਹੀਂ ਗਾ, ਉਦੋਂ ਤੁਸੀਂ ਰਾਈਟ ਵੇ ਸਾਨੂੰ ਅਪਰੋਚ ਕਰਨਾ। ਤੁਸੀਂ ਇਸ ਚੀਜ਼ ਦੀ ਵਰੀ ਨਹੀਂ ਕਰਨੀ ਕਿ ਉਸ ਦੇ ਕੋਲੇ ਤੁਸੀਂ ਐਜ਼ ਏ ਕਾਲਜ ਤੁਹਾਡੀ ਇਹ ਜ਼ਿੰਮੇਵਾਰੀ ਨਹੀਂ ਕਿ ਉਹਦਾ ਰੈਂਟ ਪੇ ਕਰਨਾ। ਵੀ ਅੰਡਰਸਟੈਂਡ, ਅਸੀਂ ਅੰਡਰਸਟੈਂਡ ਕਰਦੇ ਹਾਂ, ਪਰ ਤੁਸੀਂ ਸਾਨੂੰ ਕਰੋ ਵੀ ਆਹ ਕੁੜੀ ਇਨ ਟਰਬਲ ਆ, ਇਹ ਸਾਡੇ ਕੋਲੇ ਆ ਕੇ ਕਹਿੰਦੀ ਆ ਵੀ ਮੇਰੇ ਕੋਲ ਪੈਸੇ ਹੈ ਨਹੀਂ ਰੈਂਟ ਵਾਸਤੇ, ਰੋਟੀ ਖਾਣ ਵਾਸਤੇ ਜਾਂ ਕੁਛ, ਪਲੀਜ਼ ਇਹਦੀ ਹੈਲਪ ਕਰੋ। ਅਸੀਂ ਉਸ ਕੁੜੀ ਦੇ ਨਾਲ ਆਪਣੀ ਫੀਮੇਲ ਸੋਸ਼ਲ ਵਰਕਰ ਲਗਾਵਾਂਗੇ ਤਾਂ ਕਿ ਅਸੀਂ ਉਹਨੂੰ ਗਾਈਡ ਕਰ ਸਕੀਏ, ਉਹਦੀ ਹੈਲਪ ਕਰ ਸਕੀਏ, ਉਹਨੂੰ ਅਸਿਸਟ ਕਰ ਸਕੀਏ। ਇੱਕ ਨੰਬਰ 1 ਇਹ ਸੀ। ਸੈਕੰਡ ਸੀ ਕਿ ਅਸੀਂ ਪੀਲ ਰੀਜਨਲ ਪੁਲਿਸ ਦੇ ਨਾਲ ਮਿਲ ਕੇ ਤੇ ਟੋਰਾਂਟੋ ਦੀ ਪੁਲਿਸ ਦੇ ਨਾਲ ਮਿਲ ਕੇ ਅਸੀਂ ਉਹਨਾਂ ਨੂੰ ਇਹ ਅਵੇਅਰ ਕੀਤਾ ਕਿ ਇਸ ਇਲਾਕੇ 'ਚ ਸਾਨੂੰ ਨਿਊਜ਼ ਮਿਲੀ ਆ ਕਿ ਇਹ ਫਲਾਣੇ ਬੰਦੇ ਰਾਤ ਨੂੰ ਇਹਨਾਂ ਕਾਰਾਂ 'ਚ ਕੁੜੀਆਂ ਨੂੰ ਬਿਠਾ ਕੇ ਇੱਥੇ ਲਿਜਾਂਦੇ ਆ। ਤੇ ਅਸੀਂ ਫਿਰ ਉਹ ਇਨਫੋਰਮੇਸ਼ਨ ਪੁਲਿਸ ਨੂੰ ਦਿੰਦੇ ਹਾਂ। ਫਿਰ ਪੁਲਿਸ ਉਹਨਾਂ ਦੀ ਸਰਵੇਲੈਂਸ ਕਰਦੀ ਆ, ਕਿਉਂਕਿ ਕਾਫੀ ਟਫ ਹੁੰਦਾ ਕਿਸੇ ਬੰਦੇ ਨੂੰ ਐਵੇਂ ਪਕੜ ਕੇ ਕਹਿ ਦੇਣਾ ਵੀ ਤੂੰ ਪਿੰਪ ਆ। ਇਟ ਰਿਕੁਆਇਰਸ ਇਨੋਰਮਸ ਅਮਾਊਂਟ ਆਫ ਵਰਕ ਬਿਹਾਈਂਡ ਦ ਸੀਨਸ ਕਿ ਆਪਾਂ ਨੂੰ ਇਹ ਪਤਾ ਲੱਗੇ ਕਿ ਇਹ ਬੰਦੇ ਨੇ ਵਾਕਿਆ ਹੀ ਉਸ ਨੂੰ ਉਹਦੀ ਮਰਜ਼ੀ ਦੇ ਖਿਲਾਫ ਰਿਕਰੂਟ ਕੀਤਾ। ਬਿਕੋਜ਼ ਇਟ ਟੇਕਸ ਕੈਨੇਡੀਅਨ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਇਹ ਬੜੀ ਓਨਰਸ ਕੰਮ ਆ। ਲੇਕਿਨ 3 ਬੰਦੇ ਫੜੇ ਵੀ ਗਏ ਆ, ਇਹ ਨਹੀਂ ਗਾ ਵੀ ਨਹੀਂ ਫੜੇ ਗਏ, 3 ਬੰਦੇ ਫੜੇ ਵੀ ਗਏ ਆ। ਉਮੀਦ ਆ ਕਿ ਆਉਣ ਵਾਲੇ ਟਾਈਮ 'ਚ ਤੁਸੀਂ ਹੋਰ ਵੀ ਬੰਦੇ ਦੇਖੋਗੇ, ਕਿਉਂਕਿ ਹੁਣ ਪੁਲਿਸ ਨੇ ਸੀਰੀਅਸਲੀ ਇਸ ਚੀਜ਼ ਨੂੰ ਲਿੱਤਾ। ਸਾਡੇ ਪ੍ਰੈਸ਼ਰ ਪਾਉਣ ਦੇ ਬਾਅਦ ਉਹਨਾਂ ਨੇ ਹੁਣ ਲਿੱਤਾ। ਨਾਓ ਦੇ ਹੈਵ ਏ ਮਤਲਬ ਕਿ ਅਸੀਂ ਇੱਕ ਅੰਡਰਗਰਾਊਂਡ ਸ਼ੈਲਟਰ ਇੱਕ ਖੋਲ੍ਹਿਆ ਉਹਨਾਂ ਕੁੜੀਆਂ ਵਾਸਤੇ ਜਿਹੜੀਆਂ ਕੁੜੀਆਂ ਨਿਕਲਣਾ ਚਾਹੁੰਦੀਆਂ ਇਸ ਦਲਦਲ 'ਚੋਂ। ਉਹਨਾਂ ਨੂੰ ਫਿਰ ਨਵੀਂ ਆਈਡੈਂਟੀਟੀ ਦਿੱਤੀ ਜਾਂਦੀ ਆ, ਉਹਨਾਂ ਨੂੰ ਮਤਲਬ ਕਿ ਗੁਪਤ ਰੱਖਿਆ ਜਾਂਦਾ, ਉਹਨਾਂ ਨੂੰ ਸੈੱਲ ਫੋਨ ਦਿੱਤਾ ਜਾਂਦਾ, ਪੈਸੇ ਦਿੱਤੇ ਜਾਂਦੇ ਆ। ਇਹ ਬਿਲਕੁਲ ਨਹੀਂ ਵਰੀ ਕੀਤੀ ਜਾਂਦੀ ਕਿ ਉਹ ਇੰਟਰਨੈਸ਼ਨਲ ਸਟੂਡੈਂਟ ਆ, ਉਹਨਾਂ ਕੋਲ ਸਟੇਟਸ ਹੈਗਾ ਜਾਂ ਨਹੀਂ। ਸੋ ਇਹ ਵੀ ਇੱਕ ਅਸੀਂ ਕੰਪੇਨ ਸ਼ੁਰੂ ਕੀਤੀ ਆ। ਆਰਗੇਨਾਈਜੇਸ਼ਨ 3-4 ਆਰਗੇਨਾਈਜੇਸ਼ਨਾਂ ਨੇ ਮਿਲ ਕੇ ਵੀ ਅਸੀਂ ਉਹਨਾਂ ਨੂੰ ਉਸ ਦਲਦਲ 'ਚੋਂ ਕੱਢਣਾ ਕਿਵੇਂ ਆ, ਕਿਉਂਕਿ ਇਟਸ ਨਾਟ ਈਜ਼ੀ। ਉਹਨਾਂ ਨੂੰ ਬੜਾ ਡਰਾ ਕੇ ਰੱਖਿਆ ਜਾਂਦਾ, ਉਹਨਾਂ ਨੂੰ ਡਰੱਗ ਤੇ ਲਾਇਆ ਜਾਂਦਾ, ਉਹਨਾਂ ਨੂੰ ਹੋਰ ਬਹੁਤ ਕੁਛ ਕੀਤਾ ਜਾਂਦਾ ਤਾਂ ਕਿ ਉਹ ਮੁੜ ਕੇ ਇਸ ਚੀਜ਼ ਤੋਂ ਨਿਕਲ ਹੀ ਨਾ ਸਕਣ। ਬਲਦੇਵ ਜੀ, ਤੁਹਾਡਾ ਕੋਈ ਈਮੇਲ ਜਾਂ ਕੋਈ ਵੈਬਸਾਈਟ ਹੈ? ਹਾਂਜੀ, ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਤੇ ਜਾ ਸਕਦੇ ਹੋ, ਜਾਨੀ PCHS4U.com ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੀ ਵੈਬਸਾਈਟ ਆ, ਉੱਥੇ ਕਰ ਸਕਦੇ ਹੋ। ਜਾਨੀ ਆਪਣਾ ਜਿਹੜਾ ਟੈਲੀਫੋਨ ਨੰਬਰ ਹੈਗਾ 905-677 905-667 No, 677 0889। ਤੇ ਸਾਡੀ ਜਦੋਂ ਵੈਬਸਾਈਟ ਖੁੱਲੂਗੀ ਉਹਦੇ ਤੇ ਚੈਟ ਫੀਚਰ ਵੀ ਹੈਗਾ। ਉਹ ਚੈਟ ਫੀਚਰ ਤੇ ਅਨੋਨਿਮਸਲੀ ਤੁਸੀਂ ਸਾਡੇ ਕਿਸੇ ਨਾ ਕਿਸੇ ਲਾਈਵ ਬੰਦੇ ਨਾਲ ਚੈਟਿੰਗ ਵੀ ਕਰ ਸਕਦੇ ਹੋ।
ਕਿਉਂਕਿ ਆਮ ਤੌਰ ਤੇ ਸਾਨੂੰ ਚੈਟਿੰਗ ਦੇ ਥਰੂ ਹੀ ਪਤਾ ਲੱਗਦਾ, ਕਿਉਂਕਿ ਉਹ ਚੈਟ ਕਰ ਦਿੰਦੀਆਂ ਤੇ ਫਿਰ ਸਾਨੂੰ ਪਤਾ ਲੱਗ ਜਾਂਦਾ। ਅਸੀਂ ਫਿਰ ਉਹਨਾਂ ਨਾਲ ਹੌਲੀ ਦੇਣੇ ਰਿਪੋਰਟ ਬਣਾ ਕੇ ਤੇ ਉਹਨਾਂ ਨੂੰ ਪੁੱਛ ਲਈਦਾ ਤੇ ਉੱਥੇ ਜਾ ਕੇ ਉਹਨਾਂ ਦੇ ਨਾਲ ਮਿਲ ਲਈਦਾ, ਜਿੱਥੇ ਵੀ ਉਹ ਸਾਨੂੰ ਕਹਿੰਦੀਆਂ ਬਈ ਇੱਥੇ ਸਾਨੂੰ ਇੰਨੇ ਵਜੇ ਮਿਲਿਓ, ਮੇਰੇ ਕੋਲ ਇੰਨਾ ਟਾਈਮ ਹੋਊਗਾ, ਅਸੀਂ ਫਿਰ ਉੱਥੇ ਜਾ ਕੇ ਮਿਲਦੇ ਹਾਂ ਉਹਨਾਂ ਨੂੰ। ਸੋ ਜਿਹੜਾ ਇਹ ਵਿਮਨ ਸੈਂਟਰ ਹੈ ਮਿਸਿਸ ਸਿੰਘ ਦਾ, ਜੀ ਤੁਸੀਂ ਉਹਨਾਂ ਨਾਲ ਵੀ ਕੰਮ ਕਰਦੇ ਹੋ? ਹਾਂਜੀ, ਉਹ ਸਾਡੇ ਨਾਲ ਥੋੜੀ ਦੂਰ ਤੇ ਆ, ਉਹ ਟੋਰਾਂਟੋ 'ਚ ਆ, ਅਸੀਂ ਬਰੈਂਪਟਨ ਤੇ ਮਿਸੀਸਾਗਾ ਦੇ ਇਲਾਕੇ 'ਚ ਆ। ਇਹ ਟੋਰਾਂਟੋ ਦੇ ਇਲਾਕੇ 'ਚ ਇਹਨਾਂ ਦੀ ਆਰਗੇਨਾਈਜੇਸ਼ਨ, ਅਸੀਂ ਕਲੋਜ਼ਲੀ ਕੰਮ ਕਰਦੇ ਆ ਇਹਨਾਂ ਦੇ ਨਾਲ। ਕਿਉਂਕਿ ਮਿਸਿਸ ਸਿੰਘ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਕਿ ਮਿਸਿਸ ਸਿੰਘ admits that some girls enter sex trade willingly, but mostly they are the victims of pimps who can support a vulnerable girl from a mile. These girls are new in Canada and they have no friends and family here. ਅਤੇ ਇਹਨਾਂ ਨੂੰ ਕੁੜੀਆਂ ਨੂੰ ਜਿਹੜੀ ਇਹਨਾਂ ਨੇ ਇਹ ਵੀ ਦੱਸਿਆ ਕਿ ਇਹ ਬਹੁਤ ਛੋਟੀ ਉਮਰ ਦੀਆਂ ਨੇ, 18 19 20 ਸਾਲ ਦੀ ਉਮਰ ਦੀਆਂ ਲੜਕੀਆਂ ਨੇ ਜਿਹੜੀਆਂ ਪੰਜਾਬੀ ਘਰਾਂ 'ਚੋਂ ਆਈਆਂ ਹੋਈਆਂ ਨੇ। ਬਿਲਕੁਲ ਠੀਕ ਆ ਜੀ, ਜੀ ਬਿਲਕੁਲ ਉਹਨਾਂ ਦੀ ਇਨਫੋਰਮੇਸ਼ਨ ਠੀਕ ਆ, ਸਾਡੀ ਵੀ ਇਹੀ ਇਨਫੋਰਮੇਸ਼ਨ ਆ। ਸੋ ਤੁਸੀਂ ਉਹਨਾਂ ਨਾਲ ਇਹ ਕੰਪੇਅਰ ਕੀਤਾ ਤੇ ਹੁਣ ਜਿਹੜਾ ਤੁਸੀਂ ਇਹ ਅੰਡਰਗਰਾਊਂਡ ਵਿਮਨ ਸੈਂਟਰ ਖੋਲ੍ਹਿਆ, ਇਹ ਬਰੈਂਪਟਨ ਦੇ ਵਿੱਚ ਆ? ਇਹ ਹਾਂਜੀ, ਬਰੈਂਪਟਨ ਤੇ ਮਿਸੀਸਾਗਾ 'ਚ ਆ ਜੀ। ਮਿਸੀਸਾਗਾ 'ਚ। ਤੇ ਤੁਹਾਡੇ ਨਾਲ ਸੰਪਰਕ ਕਰਨ ਲਈ 905 677 0899 ਤੇ ਫੋਨ ਕੀਤਾ ਜਾ ਸਕਦਾ। ਦੈਟਸ ਕਰੈਕਟ, ਹਾਂਜੀ। ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਭਾਈਚਾਰੇ ਨੂੰ, ਵੈਨਕੂਵਰ ਦੇ ਭਾਈਚਾਰੇ ਨੂੰ? ਇਹ ਹੈਗਾ ਵੀ ਆਪਾਂ ਨੂੰ ਥੋੜਾ ਜਿਹਾ ਇਸ ਦੇ ਉੱਤੇ ਕੰਮ ਕਰਨਾ ਚਾਹੀਦਾ, ਪੁਲਿਸ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ। ਜਿਹੜੇ ਬੰਦੇ ਆਪਣੇ ਨਾਈਟ ਸ਼ਿਫਟ ਤੇ ਕੰਮ ਕਰਦੇ ਆ, ਚਾਹੇ ਉਹ ਆਪਣੇ ਟੈਕਸੀ ਵੀਰ ਆ, ਚਾਹੇ ਉਹ ਆਪਣੇ ਟਰੱਕ ਡਰਾਈਵਰਸ ਹੈਗੇ ਆ, ਚਾਹੇ ਉਹ ਡਿਲੀਵਰੀ ਕੁਛ ਕਰਦੇ ਆ, ਅਗਰ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਕੋਈ ਵਲਨਰੇਬਲ ਕੁੜੀ ਆ, ਪਲੀਜ਼ ਤੁਸੀਂ ਆਪਣੀ ਲੋਕਲ ਪੁਲਿਸ ਸਟੇਸ਼ਨ ਨੂੰ ਜ਼ਰੂਰ ਜਾ ਕੇ ਦੱਸੋ, ਕਿਉਂਕਿ ਪੁਲਿਸ ਦਾ ਹੁਣ ਉਹਨਾਂ ਨੇ ਜ਼ੋਰ ਫੜਿਆ ਕਿ ਉਹ ਹਰ ਇੱਕ ਇਨਫੋਰਮੇਸ਼ਨ ਨੂੰ ਆਪਣੀ ਜਿਹੜੀ ਸੈਕਸ ਕ੍ਰਾਈਮ ਯੂਨਿਟ ਆ ਉਹਨੂੰ ਭੇਜਦੇ ਆ ਤੇ ਉਹਦੇ 'ਚ ਫਿਰ ਉਹ ਕਰਦੇ ਆ। ਯਾਨੀ ਇਟ ਟੁੱਕ ਸਮ ਟਾਈਮ ਸਾਨੂੰ ਵੀ ਪ੍ਰੈਸ਼ਰ ਪਾਉਣ 'ਚ, ਪਰ ਮੇਰੀ ਰਿਕਮੈਂਡੇਸ਼ਨ ਆ ਜਦੋਂ ਵੀ ਕਿਸੇ ਨੂੰ ਵੀ ਇਹੋ ਜਿਹੀ ਕੋਈ ਇਨਫੋਰਮੇਸ਼ਨ ਸ਼ੱਕ ਵੀ ਪੈਂਦੀ ਆ, ਤੁਸੀਂ ਸ਼ੱਕ ਦੀ ਬੁਨਿਆਦ ਤੇ ਵੀ ਫੋਨ ਕਰਕੇ ਉਹਨਾਂ ਨੂੰ ਪਲੀਜ਼ ਦੱਸੋ ਕਿ ਸਾਨੂੰ ਲੱਗਦਾ ਵੀ ਆਹ ਕੁੜੀ ਵਲਨਰੇਬਲ ਆ, ਆਹ ਕਾਰ ਦਾ ਨੰਬਰ ਸੀਗਾ, ਇਹਦੇ 'ਚ ਸੀਗੀ ਬਈ ਵੀ ਆਰ ਥਿੰਕਿੰਗ ਸਮਥਿੰਗ ਇਜ਼ ਨਾਟ ਰਾਈਟ, ਤੇ ਉਹ ਫਿਰ ਪੁਲਿਸ ਆਪਣੇ ਹਿਸਾਬ ਨਾਲ ਹੀ ਇਨਵੈਸਟੀਗੇਟ ਕਰੂਗੀ। ਇੱਕ ਤਾਂ ਮੈਂ ਇਹ ਬੇਨਤੀ ਕਰਨਾ ਚਾਹਨਾ, ਦੂਜੀ ਮੈਂ ਇਹ ਬੇਨਤੀ ਕਰਨਾ ਚਾਹਨਾ ਵੀ ਪਲੀਜ਼ ਜੇ ਆਪਾਂ ਬੱਚਿਆਂ ਨੂੰ ਸਪੋਰਟ ਨਹੀਂ ਕਰ ਸਕਦੇ ਤਾਂ ਆਪਾਂ ਨੂੰ ਬੱਚਿਆਂ ਨੂੰ ਇੱਕ ਕਿਸਮ ਦਾ ਨਿੰਦਣਾ ਨਹੀਂ ਚਾਹੀਦਾ, ਕਿਉਂਕਿ ਉਹਦੇ ਨਾਲ ਬੱਚੇ ਡਰ ਕੇ ਬਿਲਕੁਲ ਹੀ ਅੰਡਰਗਰਾਊਂਡ ਹੋ ਜਾਂਦੇ ਆ ਤੇ ਉਹ ਜ਼ਿਆਦਾ ਵਲਨਰੇਬਲ ਹੁੰਦੇ ਆ। ਬਲਦੇਵ ਜੀ ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। Red FM